Hello everyone, welcome to my channel. I am Ranbir Singh, your IELTS trainer, and in today's grammar series we'll start tenses. ਆਪਾਂ ਸਭ ਤੋਂ ਪਹਿਲਾਂ ਕਰਾਂਗੇ present indefinite tense. In present indefinite tense, first of all we look at the indicators. ਪੰਜਾਬੀ ਵਿੱਚ ਇਹਦੇ indicators ਹੁੰਦੇ ਆ ਦਾ ਹਾਂ, ਦੀ ਹਾਂ, ਦਾ ਹੈ, ਦੀ ਹੈ, ਦੇ ਹਨ ਜਾਂ ਦੀਆਂ ਹਨ। ਜਿਵੇਂ ਕਿ ਮੈਂ ਰੋਟੀ ਖਾਂਦਾ ਹਾਂ, ਉਹ ਖੇਡਦੇ ਹਨ, ਲੜਕੀਆਂ ਗਾਣੇ ਗਾਉਂਦੀਆਂ ਹਨ। These are the indicators of present indefinite tense. Then come to rules. Rules ਵਿੱਚ ਸਭ ਤੋਂ ਪਹਿਲਾਂ affirmative sentences ਵਿੱਚ ਜੇ ਤਾਂ subject ਹੋਵੇ I, we, you, they ਜਾਂ ਕੋਈ ਵੀ plural word like people, boys, girls ਤਾਂ ਉਹਦੇ ਲਈ rule ਹੈ subject plus verb ਦੀ first form ਫਿਰ object ਫਿਰ preposition। ਆਪਾਂ ਇਹਨਾਂ ਨੂੰ one by one ਦੇਖਦੇ ਹਾਂ। subject means ਕੰਮ ਕਰਨ ਵਾਲਾ, verb means ਕੰਮ ਕੀ ਐਕਸ਼ਨ ਹੋ ਰਿਹਾ, object mean ਕਿਹੜੀ ਚੀਜ਼ ਦੇ ਉੱਪਰ ਕੰਮ ਹੋ ਰਿਹਾ, preposition ਦੇ ਅਲੱਗ-ਅਲੱਗ purposes ਹੁੰਦੇ ਆ। ਇੱਕ ਵਾਰੀ ਆਪਾਂ ਉਹਨਾਂ ਨੂੰ ਵੀ ਦੇਖਾਂਗੇ। preposition ਲੱਗਦੀ ਹੈ ਐਕਸ਼ਨ ਹੋਣ ਦੇ ਟਾਈਮ ਲਈ, ਕਦੋਂ ਹੋ ਰਹੀ ਹੈ, ਜਾਂ ਪਲੇਸ ਲਈ, ਕੰਮ ਕਿੱਥੇ ਹੋ ਰਿਹਾ, ਰੀਜ਼ਨ ਲਈ ਕਿਉਂ ਹੋ ਰਿਹਾ, ਮੈਥਡ ਲਈ ਜਾਂ ਡਾਇਰੈਕਸ਼ਨ ਲਈ। ਇਹਦੇ ਅਲੱਗ-ਅਲੱਗ ਪਰਪਸਸ ਹੁੰਦੇ ਆ। ਉਹ ਸਾਰੇ ਲਈ ਆਪਾਂ ਪ੍ਰੈਪੋਜੀਸ਼ਨ ਪਾਰਟ ਯੂਜ਼ ਕਰਦੇ ਹਾਂ। ਸੈਂਟੈਂਸ ਦੇ ਲਾਸਟ ਤੇ ਹੁੰਦਾ ਸਾਰੇ ਟੈਂਸਸ ਵਿੱਚ। ਜੇ ਸਬਜੈਕਟ ਹੋਵੇ ਹੀ, ਸ਼ੀ, ਇਟ, ਦੈਟ, ਈਚ, ਐਵਰੀ, ਕੋਈ ਵੀ ਸਿੰਗੂਲਰ ਵਰਡ ਜਾਂ ਕਿਸੇ ਦਾ ਨੇਮ, ਇਹ ਸਾਰੇ ਨੂੰ ਆਪਾਂ ਥਰਡ ਪਰਸਨ ਸਿੰਗੂਲਰ ਪ੍ਰੋਨਾਊਨ ਕਹਿੰਦੇ ਆ। ਆਪਾਂ ਪ੍ਰੋਨਾਊਨਸ ਦੇ ਲੈਸਨ ਵਿੱਚ ਸਟੱਡੀ ਕਰਾਂਗੇ। ਇਸ ਕੇਸ ਵਿੱਚ ਰੂਲ ਹੁੰਦਾ ਹੈ ਸਬਜੈਕਟ ਪਲਸ ਵਰਬ ਦੀ ਫਰਸਟ ਫਾਰਮ ਪਲਸ ਐਸ ਜਾਂ ਈਐਸ। ਸਿੰਗੂਲਰ ਸਬਜੈਕਟ ਨਾਲ ਵਰਬ ਨਾਲ ਐਸ ਜਾਂ ਈਐਸ ਜ਼ਰੂਰੀ ਹੈ। ਉਸ ਤੋਂ ਬਾਅਦ ਆਬਜੈਕਟ ਤੇ ਪ੍ਰੈਪੋਜੀਸ਼ਨ ਐਜ਼ ਇਟ ਇਜ਼ ਹੀ ਲੱਗਦੀ ਹੈ। ਹੁਣ ਨਾਰਮਲੀ ਸਾਰੇ ਵਰਬਸ ਨਾਲ ਐਸ ਲੱਗਦਾ ਹੈ, ਪਰ ਜਿਹੜੀਆਂ ਵਰਬਸ ਦੇ ਐਂਡ ਵਿੱਚ ਐਸ ਐਚ, ਸੀ ਐਚ, ਐਕਸ ਜਾਂ ਜ਼ੈਡ ਜਾਂ ਡਬਲ ਐਸ ਜਾਂ ਓ ਲੱਗਾ ਹੋਵੇ ਤਾਂ ਉਹਨਾਂ ਨਾਲ ਈਐਸ ਲੱਗਦਾ। ਫॉर ਐਗਜ਼ਾਮਪਲ ਵਾਸ਼ ਦਾ ਵਾਸ਼ਸ, ਐਸ ਐਚ ਲੱਗ ਗਿਆ ਤਾਂ ਉਹਦੇ ਨਾਲ ਈਐਸ ਆਏਗਾ। ਮੈਚ ਦਾ ਮੈਚਸ, ਵਾਚ ਦਾ ਵਾਚਸ। ਇਹ ਐਗਜ਼ਾਮਪਲਸ ਨੇ ਵਰਬ ਦੀਆਂ ਜਿਹਨਾਂ ਦੇ ਐਂਡ ਤੇ ਏ ਵਾਲੇ ਲੈਟਰਸ ਆਉਂਦੇ ਉਹਨਾਂ ਦਾ ਈਐਸ ਲੱਗਦਾ। ਉਸ ਤੋਂ ਬਾਅਦ ਨੈਗੇਟਿਵ ਸੈਂਟੈਂਸਸ ਵਿੱਚ ਸਬਜੈਕਟ ਪਲਸ ਡੂ ਨੋਟ ਲੱਗਦਾ ਹੈ, ਪਲਸ ਵਰਬ ਤੇ ਆਬਜੈਕਟ ਐਂਡ ਪ੍ਰੈਪੋਜੀਸ਼ਨ ਉਦਾਂ ਹੀ ਲੱਗਦੇ ਆ। ਜਦੋਂ ਥਰਡ ਪਰਸਨ ਸਿੰਗੂਲਰ ਸਬਜੈਕਟ ਹੋਵੇ ਤਾਂ ਡੂ ਨੋਟ ਦੀ ਜਗ੍ਹਾ ਡਸ ਨੋਟ ਲੱਗੇਗਾ। ਉਸ ਤੋਂ ਬਾਅਦ ਵਰਬ ਦੀ ਫਰਸਟ ਫਾਰਮ ਤੇ ਆਬਜੈਕਟ ਐਂਡ ਪ੍ਰੈਪੋਜੀਸ਼ਨ। ਇੰਟਰੋਗੇਟਿਵ ਵਿੱਚ ਹੈਲਪਿੰਗ ਵਰਬ ਹਮੇਸ਼ਾ ਸਟਾਰਟ ਤੇ ਲੱਗਦੀ ਹੈ। ਜੇ ਆਈ, ਵੀ, ਯੂ, ਦੇ ਜਾਂ ਕੋਈ ਵੀ ਪਲੂਰਲ ਵਰਡ ਹੈ ਤਾਂ ਡੂ ਹੈਲਪਿੰਗ ਵਰਬ ਹੁੰਦੀ ਹੈ। ਆਪਾਂ ਉੱਪਰ ਵੀ ਦੇਖਿਆ ਨੈਗੇਟਿਵ ਸੈਂਟੈਂਸਸ ਵਿੱਚ ਉਹੀ ਵਾਲੀ ਹੈਲਪਿੰਗ ਵਰਬ ਇੰਟਰੋਗੇਟਿਵ ਵਿੱਚ ਵੀ ਆ ਗਈ। ਹੈਲਪਿੰਗ ਵਰਬ ਸਟਾਰਟਿੰਗ ਤੇ ਸਬਜੈਕਟ ਉਸ ਤੋਂ ਬਾਅਦ ਆ ਗਿਆ, ਬਾਕੀ ਸਾਰਾ ਸੈਂਟੈਂਸ ਉਦਾਂ ਹੀ ਰਹਿੰਦਾ। ਸਿਮਿਲਰਲੀ ਜੇ ਥਰਡ ਪਰਸਨ ਸਿੰਗੂਲਰ ਦੀ ਗੱਲ ਕਰੀਏ ਤਾਂ ਡਸ ਹੈਲਪਿੰਗ ਵਰਬ ਹੈ ਤਾਂ ਉਹ ਸਟਾਰਟਿੰਗ ਤੇ ਆ ਗਈ। ਉਸ ਤੋਂ ਬਾਅਦ ਸਬਜੈਕਟ ਫਿਰ ਵਰਬ ਦੀ ਫਰਸਟ ਫਾਰਮ ਆਬਜੈਕਟ ਐਂਡ ਪ੍ਰੈਪੋਜੀਸ਼ਨ ਉਸ ਤੋਂ ਬਾਅਦ ਆਪਣੇ ਆਰਡਰ ਵਿੱਚ ਹੀ ਰਹਿੰਦੇ ਆ। ਲਾਸਟ ਤੇ ਕੁਐਸਚਨ ਮਾਰਕ ਜ਼ਰੂਰ ਨਹੀਂ। ਆਪਾਂ ਇਹਦੀ ਦੋ ਐਗਜ਼ਾਮਪਲਸ ਦੇਖਦੇ ਹਾਂ। ਮੈਂ ਸਕੂਲ ਜਾਂਦਾ ਹਾਂ। ਨਾਓ ਦਿਸ ਇਜ਼ ਇੰਡੈਫੀਨਿਟ ਟੈਂਸ ਕਿਉਂਕਿ ਇਹਦੇ ਲਾਸਟ ਤੇ ਦਾ ਹਾਂ ਲੱਗਿਆ ਹੋਇਆ। ਆਪਾਂ ਇਹਨੂੰ ਟ੍ਰਾਂਸਲੇਟ ਕਰਦੇ ਹਾਂ। ਹੁਣ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਸਬਜੈਕਟ ਦੇਖਾਂਗੇ ਕੌਣ ਹੈ। ਸਬਜੈਕਟ ਮੀਨਸ ਕੰਮ ਕਰਨ ਵਾਲਾ। ਕੌਣ ਕੰਮ ਕਰ ਰਿਹਾ ਇਹਦੇ ਵਿੱਚ? ਮੈਂ ਕੰਮ ਕਰ ਰਿਹਾ ਤਾਂ ਮੈਂ ਇਹਦਾ ਸਬਜੈਕਟ ਹੈ। ਮੈਂ ਦੀ ਇੰਗਲਿਸ਼ ਆਈ। ਹੁਣ ਇਸ ਕਾਲਮ ਵਿੱਚ ਆ ਗਿਆ ਆਪਾਂ ਆਈ ਲੱਗ ਗਿਆ। ਹੁਣ ਇਹ ਅਫਰਮੇਟਿਵ ਸੈਂਟੈਂਸ ਹੈ। ਅਫਰਮੇਟਿਵ ਮਤਲਬ ਪੋਜ਼ਿਟਿਵ ਸੈਂਟੈਂਸ, ਹਾਂ ਵਾਚਕ ਸੈਂਟੈਂਸ ਹੈ ਤਾਂ ਇਹਦਾ ਰੂਲ ਇਹ ਰਿਹਾ ਅਫਰਮੇਟਿਵ ਸੈਂਟੈਂਸ ਦਾ। ਸਬਜੈਕਟ ਲਗਾ ਲਿਆ, ਉਸ ਤੋਂ ਬਾਅਦ ਵਰਬ ਦੀ ਫਰਸਟ ਫਾਰਮ ਆਏਗੀ। ਕੀ ਕਰਨਾ, ਕੀ ਕੰਮ ਕਰਨਾ, ਐਕਸ਼ਨ ਕੀ ਇਹਦੇ ਵਿੱਚ? ਜਾਂਦਾ ਹਾਂ। ਪੰਜਾਬੀ ਵਿੱਚ ਪਛਾਣ ਹੁੰਦੀ ਹੈ ਵਰਬ ਹਮੇਸ਼ਾ ਲਾਸਟ ਜਾਂ ਸੈਕੰਡ ਲਾਸਟ ਪਲੇਸ ਤੇ ਲੱਗੀ ਹੁੰਦੀ ਹੈ ਤਾਂ ਜਾਣ ਦੀ ਇੰਗਲਿਸ਼ ਗੋ। ਹੁਣ ਜਦੋਂ ਵੀ ਆਪਾਂ ਕਿਸੇ ਜਗ੍ਹਾ ਤੇ ਜਾਣ ਦੀ ਗੱਲ ਕਰਦੇ ਹਾਂ ਤਾਂ ਹਮੇਸ਼ਾ ਗੋ ਦੇ ਨਾਲ ਟੂ ਲੱਗਦਾ ਹੈ। ਆਈ ਗੋ ਟੂ ਕਿੱਥੇ ਜਾਣਾ? ਸਕੂਲ। ਇੰਨਾ ਹੀ ਸੈਂਟੈਂਸ ਆਏਗਾ। ਇਸ ਸੈਂਟੈਂਸ ਵਿੱਚ ਕੋਈ ਵੀ ਆਬਜੈਕਟ ਨਹੀਂ ਹੈ। ਉਸ ਤੋਂ ਬਾਅਦ ਨੈਕਸਟ ਸੈਂਟੈਂਸ ਦੇਖੋ, ਮੇਰਾ ਭਰਾ ਚਾਹ ਪਸੰਦ ਕਰਦਾ ਹੈ। ਆਪਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਵੀ ਸਬਜੈਕਟ ਲੱਭਾਂਗੇ। ਕਿਸੇ ਵੀ ਸੈਂਟੈਂਸ ਨੂੰ ਆਪਾਂ ਜਦੋਂ ਵੀ ਇੰਗਲਿਸ਼ ਵਿੱਚ ਟ੍ਰਾਂਸਲੇਟ ਕਰਨਾ ਸਭ ਤੋਂ ਪਹਿਲਾਂ ਉਹਦੇ ਵਿੱਚ ਆਪਾਂ ਸਬਜੈਕਟ ਲੱਭਦੇ ਹਾਂ। ਇਹਦੇ ਵਿੱਚ ਕੌਣ ਕੰਮ ਕਰ ਰਿਹਾ ਹੈ? ਮੇਰਾ ਭਰਾ। ਤਾਂ ਮੇਰਾ ਭਰਾ ਇੱਧਰ ਆਏਗਾ। ਆਈ, ਵੀ, ਯੂ, ਦੇ ਜਾਂ ਪਲੂਰਲ ਵਿੱਚ ਹੈ? ਨੋ, ਮੇਰਾ ਭਰਾ ਇੱਕ ਬੰਦਾ ਹੈ ਤਾਂ ਇੱਧਰ ਆਏਗਾ ਕਿਉਂਕਿ ਇੱਕ ਸਿੰਗੂਲਰ ਪਰਸਨ ਆ ਗਿਆ, ਜਾਂ ਉਹਨੂੰ ਆਪਾਂ ਹੀ ਵੀ ਕਹਿ ਸਕਦੇ ਹਾਂ। ਤਾਂ ਮਾਈ ਬ੍ਰਦਰ
ਉਸ ਤੋਂ ਬਾਅਦ ਰੂਲ ਕੀ ਹੈ, ਵਰਬ ਦੀ ਫਰਸਟ ਫਾਰਮ ਕੀ ਕੰਮ ਕਰਦਾ ਹੈ, ਵਰਬ ਕੀ ਆਏਗੀ, ਪਸੰਦ ਕਰਨਾ। ਪਸੰਦ ਕਰਨ ਦੀ ਇੰਗਲਿਸ਼ ਲਾਈਕ। ਹੁਣ ਕਿਉਂਕਿ ਥਰਡ ਪਰਸਨ ਸਿੰਗੂਲਰ ਹੈ, ਮੇਰਾ ਬ੍ਰਦਰ ਇੱਕ ਪਰਸਨ ਹੈ, ਤਾਂ ਲਾਈਕ ਦੇ ਨਾਲ ਐਸ ਆਏਗਾ ਰੂਲ ਦੇ ਅਕੋਰਡਿੰਗ, ਮਾਈ ਬ੍ਰਦਰ ਲਾਈਕਸ। ਹੁਣ ਰਹਿ ਗਿਆ ਆਬਜੈਕਟ। ਸਬਜੈਕਟ ਹੋ ਗਿਆ, ਵਰਬ ਹੋ ਗਿਆ, ਐਸ ਲਗਾ ਲਈ। ਆਬਜੈਕਟ ਕਿਹੜੀ ਚੀਜ਼ ਨੂੰ ਪਸੰਦ ਕਰਦਾ ਹੋ, ਚਾਹ ਨੂੰ, ਸੋ ਚਾਹ ਆਪਣਾ ਆਬਜੈਕਟ। ਹੁਣ ਇਸ ਸੈਂਟੈਂਸ ਵਿੱਚ ਆਪਾਂ ਨੂੰ ਸਿਰਫ ਇੰਨੀਆਂ ਚੀਜ਼ਾਂ ਹੀ ਦਿੱਤੀਆਂ ਨੇ, ਇਸ ਕੰਮ ਦੇ ਹੋਣ ਤੱਕ ਕੋਈ ਵੀ ਟਾਈਮ, ਪਲੇਸ, ਰੀਜ਼ਨ ਵਗੈਰਾ ਨਹੀਂ ਦਿੱਤਾ, ਤਾਂ ਪ੍ਰੈਪੋਜੀਸ਼ਨ ਵਾਲਾ ਪਾਰਟ ਵੀ ਨਹੀਂ ਆਏਗਾ। ਸੌਰੀ ਆਬਜੈਕਟ ਦੀ ਜਗ੍ਹਾ ਆਏਗਾ ਟੀ, ਮਾਈ ਬ੍ਰਦਰ ਲਾਈਕਸ ਟੀ। ਹੁਣ ਆਪਾਂ ਇਹਦੇ ਯੂਜ਼ਸ ਲੈਣੇ, ਕਿਸ ਟੈਂਸ ਨੂੰ ਆਪਾਂ ਕਿਸ ਕਿਸ ਕੇਸ ਵਿੱਚ ਯੂਜ਼ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਆਪਣੀਆਂ ਹੌਬੀਜ਼ ਡਿਸਕ੍ਰਾਈਬ ਕਰਨ ਲਈ ਯੂਜ਼ ਕਰਦੇ ਹਾਂ। ਫॉर एग्जांपल ਆਪਾਂ ਕੋਈ ਵੀ ਕੰਮ ਸ਼ੌਂਕ ਨਾਲ ਕਰਦੇ ਹਾਂ, ਆਪਾਂ ਨੂੰ ਕੋਈ ਕੰਮ ਅੱਛਾ ਲੱਗਦਾ ਹੈ, ਉਹਨੂੰ ਆਪਾਂ ਹੌਬੀਜ਼ ਕਹਿੰਦੇ ਹਾਂ। ਉਹਦੇ ਲਈ ਆਪਾਂ ਇੰਗਲਿਸ਼ ਵਿੱਚ ਹਮੇਸ਼ਾ ਪ੍ਰੈਜ਼ੈਂਟ ਐਂਡ ਡੈਫੀਨਿਟ ਟੈਂਸ ਯੂਜ਼ ਕਰਦੇ ਹਾਂ, ਲਾਈਕ ਆਈ ਲਵ ਡਾਂਸਿੰਗ, ਮਾਈ ਬ੍ਰਦਰ ਲਵਸ ਟੂ ਰੀਡ ਨੋਵਲਸ। ਨੈਕਸਟ ਰੂਟੀਨਸਲੀ। ਰੂਟੀਨ ਮਤਲਬ ਕੋਈ ਕੰਮ ਜਿਹੜਾ ਪਾਰਟਿਕੂਲਰ ਇੰਟਰਵਲ ਤੋਂ ਬਾਅਦ ਰੈਗੂਲਰ ਹੁੰਦਾ। ਫॉर एग्जांपल she goes to office at 7 am, ਉਹ ਆਫਿਸ ਜਾਂਦੀ ਹੈ 7 ਵਜੇ, ਤਾਂ ਉਹਦੀ ਰੂਟੀਨ ਹੈ ਕਿਉਂਕਿ ਇਹ ਕੰਮ ਡੇਲੀ ਹੁੰਦਾ। ਉਸ ਤੋਂ ਬਾਅਦ ਆਪਾਂ ਹੈਬਿਟਸ ਨੂੰ ਡਿਸਕ੍ਰਾਈਬ ਕਰਨ ਲਈ ਵੀ ਪ੍ਰੈਜ਼ੈਂਟ ਡੈਫੀਨਿਟ ਟੈਂਸ ਹੀ ਯੂਜ਼ ਕਰਦੇ ਹਾਂ। ਹੈਬਿਟਸ ਮਤਲਬ ਜਿਹੜਾ ਆਪਾਂ ਕੰਮ ਰੈਗੂਲਰ ਕਰਦੇ ਹੋਈਏ, ਆਪਣੀ ਮਰਜ਼ੀ ਨਾਲ ਕਰਦੇ ਹੋਈਏ। ਫॉर एग्जांपल ਰੋਹਨ ਡਸ ਐਕਸਰਸਾਈਜ਼ ਡੇਲੀ, ਰੋਹਨ ਐਕਸਰਸਾਈਜ਼ ਕਰਦਾ ਹੈ, ਡੇਲੀ ਕਰਦਾ ਹੈ, ਤਾਂ ਉਹਦੀ ਹੈਬਿਟ ਹੈ। ਨੈਕਸਟ ਜਨਰਲ ਟਰੂਥਸ ਲਈ ਵੀ ਆਪਾਂ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਨੂੰ ਯੂਜ਼ ਕਰਦੇ ਹਾਂ। ਜਨਰਲ ਟਰੂਥਸ ਨੂੰ ਆਪਾਂ ਪਰਮਨੈਂਟ ਟਰੂਥਸ ਜਾਂ ਯੂਨੀਵਰਸਲ ਫੈਕਟਸ ਵੀ ਕਹਿੰਦੇ ਹਾਂ। ਫॉर एग्जांपल truth always wins, ਜਾਂ ਇਸ ਤੋਂ ਇਲਾਵਾ ਜਿਵੇਂ ਆਪਾਂ ਕਹਿ ਲਈਏ the earth revolves around the sun, ਉਹ ਵੀ ਇੱਕ ਪਰਮਨੈਂਟ ਟਰੂਥ ਹੈ। ਨੈਕਸਟ ਸਾਇੰਟਿਫਿਕ ਫੈਕਟਸ ਲਈ ਇਹਦੇ ਵਿੱਚ ਐਗਜ਼ਾਮਪਲ ਦੇਖੋ ਕਿ ਦਰਖਤ ਕਾਰਬਨ ਡਾਈਆਕਸਾਈਡ ਨੂੰ ਐਬਜ਼ੌਰਬ ਕਰਦੇ ਹਨ, ਟਰੀਜ਼ ਐਬਜ਼ੌਰਬ ਕਾਰਬਨ ਡਾਈਆਕਸਾਈਡ, ਕਿਉਂਕਿ ਇੱਕ ਸਾਇੰਟਿਫਿਕ ਫੈਕਟ ਹੈ, ਹਮੇਸ਼ਾ ਹੀ ਟਰੂ ਹੋਏਗਾ। ਭਾਵੇਂ ਆਪਾਂ ਕਿਤੇ ਵੀ ਗੱਲ ਕਰ ਰਹੀ ਹੈ, ਕੱਲ ਗੱਲ ਕੀਤੀ, ਅੱਜ ਗੱਲ ਕੀਤੀ ਹੈ, ਫਿਊਚਰ ਵਿੱਚ ਗੱਲ ਕੀਤੀ, ਉਹ ਹਮੇਸ਼ਾ ਹੀ ਟਰੂ ਹੋਏਗਾ। तो साइंटिफिक फैक्ट्स ਲਈ ਹਮੇਸ਼ਾ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਯੂਜ਼ ਹੁੰਦਾ ਹੈ। ਦੈਨ ਨੀਅਰ ਫਿਊਚਰ, ਕੋਈ ਕੰਮ ਜਿਹੜਾ ਨੀਅਰ ਫਿਊਚਰ ਵਿੱਚ ਹੋਣ ਵਾਲਾ ਹੈ, ਉਹਦੇ ਲਈ ਆਪਾਂ ਫਿਊਚਰ ਟੈਂਸ ਦੀ ਜਗ੍ਹਾ ਤੇ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਵੀ ਯੂਜ਼ ਕਰ ਸਕਦੇ ਹਾਂ, ਕਿਉਂਕਿ ਇਹ ਕੰਮ ਆਪਾਂ ਨੂੰ ਪਤਾ ਹੈ ਕਿ ਫਿਕਸਡ ਹੈ, ਹੋਏਗਾ ਹੀ ਹੋਏਗਾ। ਫॉर एग्जांपल ਕੱਲ ਮੇਰੇ ਅੰਕਲ ਆ ਰਹੇ ਆ ਜਾਂ ਕੱਲ ਮੇਰੇ ਅੰਕਲ ਆਉਂਦੇ ਪਏ ਆ, ਸੇਮ ਹੀ ਚੀਜ਼ ਹੈ। ਮਾਈ ਅੰਕਲ ਕਮਸ ਫਰਮ ਵਿਲੇਜ ਟੁਮਾਰੋ, ਕੱਲ ਮੇਰੇ ਅੰਕਲ ਵਿਲੇਜ ਤੋਂ ਆਉਂਦੇ ਪਏ ਨੇ। ਸੋ ਇਹਦੇ ਲਈ ਆਪਾਂ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਯੂਜ਼ ਕੀਤਾ। ਉਸ ਤੋਂ ਬਾਅਦ ਪ੍ਰੈਜ਼ੈਂਟ ਮੋਮੈਂਟਸ। ਜੌਨ ਲਿਵਸ ਇਨ ਦਿੱਲੀ, ਜੌਨ ਦਿੱਲੀ ਵਿੱਚ ਰਹਿੰਦਾ ਹੈ, ਐਟ ਪ੍ਰੈਜ਼ੈਂਟ ਉੱਥੇ ਰਹਿ ਰਿਹਾ ਹੈ। ਕਿੰਨੇ ਟਾਈਮ ਨਹੀਂ ਰਹੇਗਾ ਉਹ ਆਪਾਂ ਨੂੰ ਕਨਫਰਮ ਨਹੀਂ ਹੈ, ਲੇਕਿਨ ਐਟ ਪ੍ਰੈਜ਼ੈਂਟ ਉਹਦਾ ਮੋਮੈਂਟ ਕੀ ਹੈ ਕਿ ਉੱਥੇ ਰਹਿ ਰਿਹਾ। ਨੈਕਸਟ ਟੂ ਨਰੇਟ ਸਟੋਰੀਜ਼, ਜਦੋਂ ਵੀ ਆਪਾਂ ਕੋਈ ਵੀ ਬੁੱਕ ਦੀ ਜਾਂ ਮੂਵੀ ਦੀ ਸਟੋਰੀ ਨੂੰ ਆਪਣੇ ਵਰਡਸ ਵਿੱਚ ਨਰੇਟ ਕਰਦੇ ਹਾਂ ਤਾਂ ਆਪਾਂ ਹਮੇਸ਼ਾ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਹੀ ਯੂਜ਼ ਕਰਦੇ ਹਾਂ, ਪਾਸਟ ਨਹੀਂ ਯੂਜ਼ ਕਰਦੇ। ਪਾਸਟ ਸਟੋਰੀ ਦੇ ਵਿੱਚ ਦਿੱਤਾ ਹੁੰਦਾ, ਪਰ ਜਦੋਂ ਆਪਾਂ ਐਜ਼ ਅ ਥਰਡ ਪਰਸਨ ਉਹਨੂੰ ਨਰੇਟ ਕਰਦੇ ਹਾਂ, ਆਪਾਂ ਕਿਸੇ ਨੂੰ ਐਕਸਪਲੇਨ ਕਰਦੇ ਹਾਂ, ਤਾਂ ਹਮੇਸ਼ਾ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਵੀ ਯੂਜ਼ ਕਰਦੇ ਹਾਂ। ਫॉर एग्जांपल ਆਪਾਂ ਕਿਸੇ ਮੂਵੀ ਦੀ ਗੱਲ ਕਰੀਏ ਤਾਂ ਹੀਰੋ ਸੇਵਸ ਦ ਹੀਰੋਇਨ, ਹੀਰੋ ਹੀਰੋਇਨ ਨੂੰ ਬਚਾ ਲੈਂਦਾ। ਆਪਾਂ ਇਹ ਨਹੀਂ ਕਹਾਂ ਕਿ ਹੀਰੋ ਨੇ ਹੀਰੋਇਨ ਨੂੰ ਬਚਾ ਲਿਆ, ਕਿਉਂਕਿ ਇੱਕ ਪਾਸਟ ਇਨਸੀਡੈਂਟ ਨਹੀਂ ਹੈ, ਉਹ ਇੱਕ ਸਟੋਰੀ ਹੈ, ਸਟੋਰੀ ਹਮੇਸ਼ਾ ਲਈ ਹੀ ਰਹੇਗੀ, ਇਸ ਲਈ ਆਪਾਂ ਉਹਦੇ ਵਿੱਚ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਯੂਜ਼ ਕਰਦੇ ਹਾਂ। ਹੁਣ ਆਪਾਂ ਇਸੇ ਟੈਂਸ ਦੀ ਐਕਸਰਸਾਈਜ਼ ਕਰਾਂਗੇ। ਵੀ ਹੈਵ 8 ਸੈਂਟੈਂਸਸ। ਤੁਹਾਡਾ ਹੋਮਵਰਕ ਇਹ ਹੋਏਗਾ ਕਿ ਤੁਸੀਂ ਇਹਨਾਂ ਦੇ ਨੈਗੇਟਿਵ ਤੇ ਇੰਟਰੋਗੇਟਿਵ ਖੁਦ ਕਰੋਗੇ। ਸਿੰਪਲ ਸੈਂਟੈਂਸਸ ਅਫਰਮੇਟਿਵ ਵਿੱਚ ਮੈਂ ਤੁਹਾਨੂੰ ਹੈਲਪ ਕਰਾਂਗਾ ਟ੍ਰਾਂਸਲੇਟ ਕਰਨ ਵਿੱਚ। ਸਭ ਤੋਂ ਪਹਿਲਾਂ ਲੋਕ ਸੜਕਾਂ ਉੱਪਰ ਕੂੜਾ ਸੁੱਟਦੇ ਹਨ। ਇਹਦੇ ਵਿੱਚ ਸਬਜੈਕਟ ਪਛਾਣਨਾ ਸਭ ਤੋਂ ਪਹਿਲਾਂ। ਸਬਜੈਕਟ ਕੰਮ ਕਰਨ ਵਾਲਾ, ਕੌਣ ਕੰਮ ਕਰ ਰਿਹਾ ਇਹਦੇ ਵਿੱਚ? ਲੋਕ ਕੰਮ ਕਰ ਰਹੇ ਆ, ਤਾਂ ਲੋਕ ਸਬਜੈਕਟ ਹੈ। ਲੋਕਾਂ ਦੀ ਇੰਗਲਿਸ਼ ਪੀਪਲ। ਕੀ ਕਰਦੇ ਆ? ਸੁੱਟਦੇ ਆ। ਸੁੱਟਣ ਇਨ ਇੰਗਲਿਸ਼ ਥ्रो। ਸਬਜੈਕਟ ਹੋ ਗਿਆ, ਵਰਬ ਹੋ ਗਈ। ਆਬਜੈਕਟ ਕੀ ਹੈ? ਕਿਹੜੀ ਚੀਜ਼ ਨੂੰ ਸੁੱਟਦੇ ਆ? ਕੂੜੇ ਨੂੰ ਸੁੱਟਦੇ ਆ। ਸੋ ਦਿਸ ਇਜ਼ ਦਾ ਆਬਜੈਕਟ। ਕੂੜੇ ਦੀ ਇੰਗਲਿਸ਼ ਗਾਰਬੇਜ। ਆਪਾਂ ਸਬਜੈਕਟ लगाता, वर्ब लगाती, ऑब्जेक्ट लगाता। ਹੁਣ ਇਹ ਸਿੰਪਲ ਸੈਂਟੈਂਸ ਹੈ ਤਾਂ ਲਾਸਟ ਤੇ ਪ੍ਰੈਪੋਜੀਸ਼ਨ ਆਏਗੀ। ਨੈਗੇਟਿਵ ਵੀ ਹੁੰਦਾ ਤਾਂ ਵੀ ਕੋਈ ਮੈਟਰ ਨਹੀਂ ਸੀ, ਕਿਉਂਕਿ ਸਾਰੇ ਦੇ ਵਿੱਚ ਹੀ ਪ੍ਰੈਪੋਜੀਸ਼ਨ ਲਾਸਟ ਤੇ ਆਏਗੀ। ਪ੍ਰੈਪੋਜੀਸ਼ਨ ਮਤਲਬ ਆਪਾਂ ਦੇਖਿਆ ਸੀ ਟਾਈਮ, ਪਲੇਸ, ਰੀਜ਼ਨ, ਮੈਥਡ, ਡਾਇਰੈਕਸ਼ਨ ਵਗੈਰਾ। ਹੁਣ ਇਹਦੇ ਵਿੱਚ ਆਪਾਂ ਦੇਖਾਂਗੇ ਟਾਈਮ ਜਾਂ ਪਲੇਸ ਦਿੱਤਾ ਹੋਇਆ,
ਉਹਨਾਂ ਨੇ ਪਲੇਸ ਦਿੱਤੀ ਹੋਈ ਹੈ, ਸੜਕਾਂ ਦੇ ਉੱਪਰ ਸੁੱਟਦੇ ਆ, ਤਾਂ ਉੱਪਰ ਇਜ਼ ਦਾ ਮੇਨ ਪ੍ਰੈਪੋਜੀਸ਼ਨ। ਔਨ, ਉੱਪਰ ਦਾ ਮਤਲਬ ਔਨ, ਕਿੱਥੇ ਸੁੱਟਦੇ ਆ? ਰੋਡਸ। ਇਹਦੇ ਨਾਲ ਆਪਣਾ ਫਰਸਟ ਸੈਂਟੈਂਸ ਕੰਪਲੀਟ ਹੋ ਗਿਆ। ਨੈਕਸਟ ਸੈਂਟੈਂਸ, ਹਰੇਕ ਵਿਅਕਤੀ ਸੰਗੀਤ ਪਸੰਦ ਕਰਦਾ ਹੈ। ਇਹਦੇ ਵਿੱਚ ਸਭ ਤੋਂ ਪਹਿਲਾਂ ਸਬਜੈਕਟ ਦੇਖੋ, ਹਰੇਕ ਵਿਅਕਤੀ ਹੈ। ਹਰੇਕ ਵਿਅਕਤੀ ਮਤਲਬ every person। ਹੁਣ every person ਸਿੰਗੂਲਰ ਪਰਸਨ ਹੈ ਕਿ ਪਲੂਰਲ ਹੈ, ਇਹ ਸਭ ਤੋਂ ਵੱਡੀ ਕਨਫਿਊਜ਼ਨ ਹੁੰਦੀ ਬੱਚਿਆਂ ਦੀ। every ਤੇ each ਹਮੇਸ਼ਾ ਸਿੰਗੂਲਰ ਹੁੰਦੀ ਹੈ, ਔਰ ਜਦੋਂ ਵੀ ਆਪਾਂ verb ਲਗਾਵਾਂਗੇ ਸਿੰਗੂਲਰ verb ਲਗਾਵਾਂਗੇ ਕਿਸੇ ਵੀ ਟੈਂਸ ਵਿੱਚ। ਹੁਣ verb ਕੀ ਹੈ? ਪਸੰਦ ਕਰਨਾ। every person like, क्योंकि सिंगुलर है तो रूल के अकॉर्डिंग एस भी आएगा। सब्जेक्ट हो गया, वर्ब होगी, ऑब्जेक्ट की है संगीत, संगीत की इंग्लिश म्यूजिक। आई होप तो इत्थे तक क्लियर हो रहा है। नेक्स्ट सेंटेंस, मेरे पिताजी पंजाबी अखबार पढ़ते हैं। ਇਹਦੇ ਵਿੱਚ सब्जेक्ट है मेरे पिताजी, मेरे पिताजी की इंग्लिश माई फादर। ਹੁਣ ਇਹਦੇ ਵਿੱਚ ਦੇਖੋ ਲਾਸਟ ਤੇ ਪੜ੍ਹਦੇ ਹਨ ਲੱਗਿਆ, ਇੱਥੋਂ ਲੱਗ ਰਿਹਾ ਕਿ ਸਬਜੈਕਟ ਪਲੂਰਲ ਹੈ। ਨੋ, ਉਹ ਆਪਾਂ ਪੰਜਾਬੀ ਜਾਂ ਹਿੰਦੀ ਵਿੱਚ ਰਿਸਪੈਕਟਲੀ ਕਹਿੰਦੇ ਆ, ਲੇਕਿਨ ਉਹ ਪਰਸਨ ਇੱਕ ਹੀ ਹੈ, ਤਾਂ ਉਹਨਾਂ ਨਾਲ ਸਿੰਗੂਲਰ ਪਰਸਨ ਵਾਲਾ ਹੀ ਰੂਲ ਲੱਗੇਗਾ। ਕੀ ਕਰਦੇ ਨੇ? ਪੜ੍ਹਦੇ ਹਨ, ਪੜ੍ਹਨ ਦੀ ਇੰਗਲਿਸ਼ ਰੀਡ, ਕਿਉਂਕਿ ਇੱਕ ਪਰਸਨ ਹੈ ਤਾਂ ਉਹਨਾਂ ਨਾਲ ਐਸ ਵੀ ਆਏਗਾ। ਪੜ੍ਹਦੇ ਹਨ ਦਾ ਮਤਲਬ ਇਹ ਨਹੀਂ ਕਿ ਜ਼ਿਆਦਾ ਪਿਤਾ ਜੀ ਨੇ, ਪਿਤਾ ਜੀ ਇੱਕ ਹੀ ਹੈ। ਮਾਈ ਫਾਦਰ ਰੀਡਸ, ਕੀ ਪੜ੍ਹਦੇ ਨੇ? ਆਬਜੈਕਟ ਕੀ ਹੈ? ਪੰਜਾਬੀ ਨਿਊਜ਼ਪੇਪਰ। नेक्स्ट सेंटेंस, सरकार लोड़वंद लोगों की मदद करती है। सब्जेक्ट है गवर्नमेंट, वर्ब की है मदद करना, हेल्प। किन्नियां गवर्नमेंट्स की गल कीती है? इको गवर्नमेंट दी। वैसे भी ਆਪਾਂ ਨੂੰ ਲਾਸਟ ਤੋਂ ਪਤਾ ਲੱਗ ਜਾਂਦਾ, ਜੇ ਤਾਂ ਦਾ ਹੈ ਜਾਂ ਦੀ ਹੈ ਦਿੱਤਾ ਹੋਵੇ ਤਾਂ ਸਿੰਗੂਲਰ ਹੁੰਦਾ, ਜੇ ਦੇ ਹਨ ਜਾਂ ਦੀਆਂ ਹਨ ਤਾਂ ਪਲੂਰਲ ਹੁੰਦਾ ਵਾ। ਤਾਂ ਦੀ ਹੈ ਮਤਲਬ ਇੱਕ ਗਵਰਨਮੈਂਟ ਹੈ ਤਾਂ ਹੈਲਪਸ ਆਏਗਾ। ਆਬਜੈਕਟ ਕੀ ਹੈ? ਕਿਹਦੀ ਹੈਲਪ ਕਰਦੀ? ਲੋੜਵੰਦ ਲੋਕਾਂ ਦੀ। ਲੋੜਵੰਦ ਲੋਕਾਂ ਦੀ ਇੰਗਲਿਸ਼ ਦ ਨੀਡੀ ਪੀਪਲ। ਨੈਕਸਟ, ਬਹੁਤ ਸਾਰੇ ਵਿਦਿਆਰਥੀ ਪੜ੍ਹਨ ਲਈ ਵਿਦੇਸ਼ ਜਾਂਦੇ ਹਨ। ਸਬਜੈਕਟ ਕੌਣ ਹੈ ਇਹਦੇ ਵਿੱਚ? ਬਹੁਤ ਸਾਰੇ ਵਿਦਿਆਰਥੀ। ਬਹੁਤ ਸਾਰੇ ਨੂੰ ਆਪਾਂ a lot of ਵੀ ਕਹਿ ਸਕਦੇ ਹਾਂ, many ਵੀ ਕਹਿ ਸਕਦੇ ਹਾਂ, a number of ਵੀ ਕਹਿ ਸਕਦੇ ਹਾਂ। let's take many for example। ਬਹੁਤ ਸਾਰੇ ਵਿਦਿਆਰਥੀ। ਹੁਣ many ਕਾਊਂਟੇਬਲ ਹੈ, ਕਾਊਂਟੇਬਲ ਨਾ ਸਟੂਡੈਂਟਸ ਆਏਗਾ। ਕੀ ਕਰਦੇ ਨੇ? ਜਾਂਦੇ ਹਨ। ਸੋ ਐਕਸ਼ਨ ਆ ਗਿਆ, ਵਰਬ ਆ ਗਈ ਜਾਣਾ, ਜਾਣ ਦੀ ਇੰਗਲਿਸ਼ ਗੋ। ਹੁਣ ਕਿੰਨੇ ਸਬ ਸਟੂਡੈਂਟਸ ਹੈ? ਮੈਨੀ ਸਟੂਡੈਂਟਸ ਹੈ, ਪਲੂਰਲ ਹੈ, ਤਾਂ ਪਲੂਰਲ ਦੇ ਵਿੱਚ ਸਿਰਫ ਵਰਬ ਦੀ ਫਸਟ ਫਾਰਮ ਆਏਗੀ, SIS ਨਹੀਂ ਆਏਗਾ। ਮੈਨੀ ਸਟੂਡੈਂਟਸ ਗੋ, ਕਿੱਥੇ ਜਾਂਦੇ ਨੇ? ਵਿਦੇਸ਼। ਇਹ ਆ ਗਿਆ ਆਬਜੈਕਟ। ਕੀ ਕਰਨ ਲਈ ਜਾਂਦੇ ਨੇ? ਪੜ੍ਹਨ ਲਈ, ਤਾਂ ਇਹ ਆ ਗਿਆ ਰੀਜ਼ਨ। ਰੀਜ਼ਨ ਆਉਂਦਾ ਪ੍ਰੈਪੋਜੀਸ਼ਨਲ ਪਾਰਟ ਵਿੱਚ, ਤਾਂ ਇੱਥੇ ਆਪਾਂ ਟੂ ਲਗਾ ਸਕਦੇ ਹਾਂ, ਟੂ ਸਟੱਡੀ। ਸਿਕਸ ਸੈਂਟੈਂਸ, ਪੁਰਾਣੀਆਂ ਬੱਸਾਂ ਪ੍ਰਦੂਸ਼ਣ ਪੈਦਾ ਕਰਦੀਆਂ ਹਨ। ਪੁਰਾਣੀਆਂ ਬੱਸਾਂ ਇਹਦੇ ਵਿੱਚ ਮੇਨ ਸਬਜੈਕਟ ਹੈ, ਕਿਉਂਕਿ ਉਹ ਕੋਈ ਕੰਮ ਕਰ ਰਹੀਆਂ ਨੇ, ਪ੍ਰਦੂਸ਼ਣ ਪੈਦਾ ਕਰ ਰਹੀਆਂ ਨੇ। ਤਾਂ ਪੁਰਾਣੀਆਂ ਬੱਸਾਂ ਦੀ ਇੰਗਲਿਸ਼ ਓਲਡ ਬੱਸਸ। ਕੀ ਕਰਦੀਆਂ ਨੇ? ਪੈਦਾ ਕਰਦੀਆਂ ਨੇ। ਹੁਣ ਪੈਦਾ ਕਰਨ ਨੂੰ ਆਪਾਂ ਕ੍ਰੀਏਟ ਵੀ ਕਹਿ ਸਕਦੇ ਹਾਂ, ਲੇਕਿਨ ਜਦੋਂ ਕੋਈ ਪ੍ਰੋਬਲਮ ਪੈਦਾ ਕੀਤੀ ਜਾ ਰਹੀ ਹੋਵੇ ਉਹਨੂੰ ਆਪਾਂ ਕੌਜ਼ ਵੀ ਕਹਿ ਸਕਦੇ ਹਾਂ। ਤਾਂ ਆਪਾਂ ਕ੍ਰੀਏਟ ਜਾਂ ਕੌਜ਼ ਦੋਨਾਂ ਵਿੱਚੋਂ ਕੋਈ ਵੀ ਵਰਬ ਲਗਾ ਦਿੰਦੇ ਹਾਂ। ਪੁਰਾਣੀਆਂ ਬੱਸਾਂ ਪ੍ਰਦੂਸ਼ਣ ਪੈਦਾ ਕਰਦੀਆਂ ਹਨ, ਓਲਡ ਬੱਸਸ ਕੌਜ਼। ਹੁਣ ਕਿਉਂਕਿ ਜ਼ਿਆਦਾ ਬੱਸਸ ਨੇ ਤਾਂ ਸਿਰਫ ਆਪਾਂ ਵਰਬ ਦੀ ਫਸਟ ਫਾਰਮ ਹੀ ਲਗਾਵਾਂਗੇ, ਨਾਲ SIS ਨਹੀਂ ਲਗਾਵਾਂਗੇ। ਉਸ ਤੋਂ ਬਾਅਦ ਆਬਜੈਕਟ ਕੀ ਪੈਦਾ ਕਰਦੀਆਂ ਨੇ? ਪੋਲਿਊਸ਼ਨ।
old buses cause the pollution. Seventh sentence, ਅੱਜਕੱਲ ਬੱਚੇ ਵੀਡੀਓ ਗੇਮਸ ਖੇਡਦੇ ਹਨ। ਹੁਣ ਇੱਥੇ ਦੇਖ ਕੇ ਕਈ ਕਹੋਗੇ ਕਿ ਇਹਦੇ ਵਿੱਚ ਅੱਜਕੱਲ ਮੇਨ ਸਬਜੈਕਟ ਹੈ। ਨੋ, ਅੱਜਕੱਲ ਟਾਈਮ ਦਿੱਤਾ ਹੋਇਆ। ਟਾਈਮ ਨੂੰ ਆਪਾਂ ਫਰੰਟ ਤੇ ਵੀ ਲਗਾ ਸਕਦੇ ਹਾਂ, ਲਾਸਟ ਤੇ ਵੀ ਲਗਾ ਸਕਦੇ ਹਾਂ। ਕੀ ਕੰਮ ਹੋ ਰਿਹਾ? ਖੇਡਿਆ ਜਾ ਰਿਹਾ ਕੁਝ। ਕੌਣ ਖੇਡ ਰਿਹਾ? ਬੱਚੇ ਖੇਡ ਰਹੇ। ਤਾਂ ਬੱਚੇ ਦਾ ਮੇਨ ਸਬਜੈਕਟ ਹੈ, ਅੱਜਕੱਲ ਟਾਈਮ ਹੈ। ਅੱਜਕੱਲ ਨੂੰ ਆਪਾਂ ਚਾਹੇ ਤਾਂ ਅੱਗੇ ਲਗਾ ਦਈਏ ਇੰਗਲਿਸ਼ ਵਿੱਚ ਵੀ, ਜਾਂ ਚਾਹੇ ਤਾਂ ਲਾਸਟ ਤੇ ਵੀ ਲਗਾ ਸਕਦੇ ਹਾਂ। ਜਿੱਥੇ ਆਪਾਂ ਪੰਜਾਬੀ ਵਿੱਚ ਲਗਾਇਆ ਉੱਥੇ ਲੈ ਕੇ ਚੱਲਦੇ ਹਾਂ। ਨਾਓ ਡੇਜ਼ ਫਰੰਟ ਹੀ ਲਗਾ ਦਿੱਤਾ। ਹੁਣ ਆਪਣਾ ਮੇਨ ਸੈਂਟੈਂਸ ਸਟਾਰਟ ਹੋਏਗਾ। ਸਬਜੈਕਟ ਆ ਗਿਆ ਬੱਚੇ, ਬੱਚਿਆਂ ਦੀ ਇੰਗਲਿਸ਼ ਚਿਲਡਰਨ। ਬਹੁਤ ਬੱਚਿਆਂ ਦੀ ਕਾਮਨ ਪ੍ਰੋਬਲਮ ਹੁੰਦੀ ਹੈ, ਚਿਲਡਰਨ ਦੀ ਪਲੂਰਲ ਫਾਰਮ ਚਿਲਡਰਨਸ ਕਹਿੰਦੇ ਆ। ਚਿਲਡਰਨ ਆਲਰੇਡੀ ਪਲੂਰਲ ਵਰਡ ਹੈ, ਉਹਨੂੰ ਚਿਲਡਰਨਸ ਨਹੀਂ ਕਹਿ ਸਕਦੇ। ਸੋ ਚਿਲਡਰਨ ਆ ਗਿਆ ਆਪਣਾ ਮੇਨ ਸਬਜੈਕਟ। ਕੀ ਕਰਦੇ ਨੇ? ਖੇਡਦੇ ਨੇ। ਖੇਡਣ ਦੀ ਇੰਗਲਿਸ਼ ਪਲੇ। ਹੁਣ ਕਿਉਂਕਿ ਇਹ ਪਲੂਰਲ ਵਰਡ ਹੈ ਚਿਲਡਰਨ, ਤਾਂ ਉਹਦੇ ਨਾਲ ਪਲੇ ਆਏਗਾ, ਪਲੇਸ ਨਹੀਂ ਆਏਗਾ। ऑब्जेक्ट की खेलते ने? वीडियो गेम्स। लास्ट सेंटेंस, बेरोजगारी हरेक व्यक्ति ਨੂੰ ਪ੍ਰਭਾਵਿਤ ਕਰਦੀ ਹੈ। ਬੇਰੁਜ਼ਗਾਰੀ ਪ੍ਰਭਾਵਿਤ ਕਰ ਰਹੀ ਹੈ ਤਾਂ ਬੇਰੁਜ਼ਗਾਰੀ ਇਹਦੇ ਵਿੱਚ ਮੇਨ ਸਬਜੈਕਟ ਹੈ। ਬੇਰੁਜ਼ਗਾਰੀ ਦੀ ਇੰਗਲਿਸ਼ ਅਨਐਮਪਲੋਇਮੈਂਟ। ਕੀ ਕਰਦੀ ਹੈ? ਪ੍ਰਭਾਵਿਤ ਕਰਦੀ ਹੈ। The verb is ਪ੍ਰਭਾਵਿਤ ਕਰਨਾ। ਪ੍ਰਭਾਵਿਤ ਕਰਨ ਦੀ ਇੰਗਲਿਸ਼ affect। ਹੁਣ ਸਬਜੈਕਟ ਸਿੰਗੂਲਰ ਹੈ, ਬੇਰੁਜ਼ਗਾਰੀ ਇੱਕ ਚੀਜ਼ ਹੈ, ਤਾਂ ਇਹਦੇ ਨਾਲ affect ਦੇ ਨਾਲ s ਵੀ ਆਏਗਾ। affects ਕਿਹਨੂੰ ਪ੍ਰਭਾਵਿਤ ਕਰਦੀ ਹੈ? ਹਰੇਕ ਵਿਅਕਤੀ ਨੂੰ। ਹਰੇਕ ਵਿਅਕਤੀ means everyone ਜਾਂ every person, ਕੁਝ ਵੀ ਲਗਾ ਸਕਦੇ हैं। So I have done 8 sentences for you guys। ਬਾਕੀ ਦੇ ਨੈਗੇਟਿਵ ਤੇ ਇੰਟਰੋਗੇਟਿਵ ਪਾਰਟਸ ਤੁਸੀਂ ਆਪੇ ਕਰਨੇ ਆ। ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਹੈਲਪ ਦੀ ਲੋੜ ਹੈ ਤਾਂ ਤੁਸੀਂ ਮੈਨੂੰ ਨੀਚੇ ਦਿੱਤੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ। ਨਾਲ ਮੇਰੀ ਡਿਸਕ੍ਰਿਪਸ਼ਨ ਵਿੱਚ ਈਮੇਲ ਆਈਡੀ ਵੀ ਦਿੱਤੀ ਹੋਈ ਹੈ, ਤੁਸੀਂ ਉੱਥੇ ਵੀ ਮੈਨੂੰ ਕੰਟੈਕਟ ਕਰਕੇ ਹੈਲਪ ਲੈ ਸਕਦੇ ਹੋ। Thank you so much for watching my video guys. I hope you enjoyed watching my video. For more interesting and informative videos like this, please stay tuned to my YouTube channel, and for that you'll have to subscribe to my channel first. Also, don't forget to hit the like and share button. You can also give me feedback in the comment section. Stay home, stay safe, keep learning. Thank you.